देखो ये कानून बहुत लंबी प्रक्रिया के बाद सोच समझ के लियाते गए। हर चौथे पंजवें दिन एक अद्धी आत्म हत्या किसान करता है कर्जे थले दब के, और आप सारे जानते हैं कि किसानी का बहुत बुरा हाल है। तो इसका जीवन पद्धर उच्च चुकन वास्ते इनू फसल का वाजिब मुल मिले, ये वास्ते ही कानून लिया। 22 जनवरी 2013 ਨੂੰ इस कमेटी ने जी रिपोर्ट दी, ਉਹਦੇ ਵਿੱਚ ਲਗਭਗ ਇਹ ਸਾਰੇ ਬਿੰਦੂ ਨੇ ਜਿਹੜੇ ਕਿ ਹੁਣ ਦੇ ਕਾਨੂੰਨ ਦੇ ਵਿੱਚ ਆਏ, ਜਿਨ੍ਹਾਂ 'ਚ ਕੈਪਟਨ ਅਮਰਿੰਦਰ ਸਿੰਘ ਵੀ ਔਰ ਮੱਧ ਪ੍ਰਦੇਸ਼ ਦੇ ਕਮਲਨਾਥ ਵੀ, ਇਹ ਦੋਨੋਂ ਵੀ ਸਨ। नहीं, कैप्टन अमरिंदर सिंह तो झूठा बंदा कोई नहीं। ਹੁਣ तो ये नहीं पता कि सवेरे की खाता ਤੇ ਸ਼ਾਮ ਨੂੰ ਕੀ ਬੋਲਣਾ ਹੈ। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਜੀ। ਸਭ ਤੋਂ ਪਹਿਲਾਂ ਸਰੀਨ ਜੀ ਗੱਲ ਕਰਾਂਗੇ, ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ ਖੇਤੀ ਕਾਨੂੰਨਾਂ ਦਾ। ਤੁਸੀਂ ਕਹਿ ਰਹੇ ਹੋ ਕਿ ਇਹ ਸਹੀ ਨੇ, ਕਿਸਾਨਾਂ ਦਾ ਫਾਇਦਾ ਹੋਏਗਾ, ਤੇ ਇਹ ਵਿਰੋਧ ਕਿਉਂ ਹੈ? ਦੇਖੋ ਇਹ ਕਾਨੂੰਨ ਬਹੁਤ ਲੰਬੀ ਪ੍ਰਕਿਰਿਆ ਦੇ ਬਾਅਦ ਸੋਚ ਸਮਝ ਕੇ ਲਿਆਂਦੇ ਗਏ ਨੇ, ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਕਿਸਾਨਾਂ ਦਾ ਆਪਣੇ ਪੰਜਾਬ ਦੇ ਜੇ ਕਿਸਾਨਾਂ ਨੂੰ ਲੈ ਲਈਏ ਤੇ ਹਰ ਚੌਥੇ ਪੰਜਵੇਂ ਦਿਨ ਇੱਕ ਅੱਧੀ ਆਤਮ ਹੱਤਿਆ ਕਿਸਾਨ ਕਰਦਾ ਹੈਗਾ ਕਰਜ਼ੇ ਥੱਲੇ ਦਬ ਕੇ, ਔਰ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨੀ ਦਾ ਬਹੁਤ ਬੁਰਾ ਹਾਲ ਹੈ। ਤੇ ਇਸ ਦਾ ਜੀਵਨ ਪੱਧਰ ਉੱਚ ਚੱਕਣ ਵਾਸਤੇ ਇਹਨੂੰ ਫਸਲ ਦਾ ਵਾਜਬ ਮੁੱਲ ਮਿਲੇ, ਇਹਦੇ ਵਾਸਤੇ ਹੀ ਕਾਨੂੰਨ ਲਿਆਂਦਾ ਗਿਆ। ਔਰ ਇਹ ਕਾਨੂੰਨ ਬੜੇ ਲੰਬੇ ਸਮੇਂ ਤੋਂ ਇਹਦੀ ਚਰਚਾ ਚੱਲ ਰਹੀ ਸੀਗੀ ਔਰ ਵਿਚਾਰ ਮੰਥਨ ਚੱਲ ਰਿਹਾ ਸੀਗਾ। 2003 ਦੇ ਵਿੱਚ ਜਦੋਂ ਵਾਜਪਾਈ ਜੀ ਦੀ ਗਵਰਨਮੈਂਟ ਸੀਗੀ, ਉਦੋਂ ਮਾਡਲ APMC ਸਾਰੀਆਂ ਸਟੇਟਾਂ ਨੂੰ ਭੇਜਿਆ ਗਿਆ ਸੀਗਾ ਕਿ ਮਾਰਕੀਟਿੰਗ ਜਿਹੜੀ ਗਈ ਕਿਸਾਨ ਦੀ ਅੱਛੀ ਹੋ ਸਕੇ, ਉਹਦੇ ਵਾਸਤੇ ਕੀਤਾ। 2004 ਦੇ ਵਿੱਚ ਮਨਮੋਹਨ ਸਿੰਘ ਜੀ ਦੀ ਸਰਕਾਰ ਆ ਗਈ ਔਰ 2007 ਦੇ ਵਿੱਚ ਸ਼ਰਦ ਪਵਾਰ ਜੀ ਜਿਹੜੇ ਐਗਰੀਕਲਚਰ ਮਿਨਿਸਟਰ ਸਨ ਉਸ ਵੇਲੇ, ਉਹਨਾਂ ਨੇ ਦੁਆਰਾ ਜਿਹੜਾ ਹੈਗਾ ਇਸ ਇਸ਼ੂ ਨੂੰ ਚੱਕਿਆ ਔਰ 2010 ਦੇ ਵਿੱਚ ਇੱਕ ਹਾਈ ਪਾਵਰਡ 11 ਸਟੇਟ ਦੇ ਐਗਰੀਕਲਚਰ ਮਿਨਿਸਟਰਸ ਦੀ ਇੱਕ ਕਮੇਟੀ ਬਣਾਈ। ਹਰਸ਼ਵਰਧਨ ਪਾਟਿਲ ਮਹਾਰਾਸ਼ਟਰ ਦੇ ਜਿਹੜੇ ਹੈਗੇ ਨੇ ਉਹ ਉਹਦੇ ਹੈਡ ਸਨ ਔਰ ਸ਼ਰਦ ਪਵਾਰ ਜੀ ਦੀ ਦੇਖ ਰੇਖ 'ਚ ਸਾਰੀ ਕਮੇਟੀ ਬਣੀ। 22 ਜਨਵਰੀ 2013 ਨੂੰ ਇਸ ਕਮੇਟੀ ਨੇ ਜਿਹੜੀ ਰਿਪੋਰਟ ਦਿੱਤੀ, ਉਹਦੇ ਵਿੱਚ ਲਗਭਗ ਇਹ ਸਾਰੇ ਬਿੰਦੂ ਨੇ ਜਿਹੜੇ ਕਿ ਹੁਣ ਦੇ ਕਾਨੂੰਨ ਦੇ ਵਿੱਚ ਆਏ ਨੇ ਕਿ ਫ੍ਰੀ ਟ੍ਰੇਡ ਹੋਣਾ ਚਾਹੀਦਾ, ਕੋਈ ਬੈਰੀਅਰ ਨਹੀਂ ਹੋਣਾ ਚਾਹੀਦਾ, ਪ੍ਰਾਈਵੇਟ ਮਾਰਕੀਟਸ ਨੂੰ ਪਲੇਅਰਸ ਨੂੰ ਐਂਟਰ ਕਰਨਾ ਪਏਗਾ, MSP ਪ੍ਰੋਪਰ ਹੋਵੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਦੇ ਕਾਨੂੰਨ ਚਾਹੀਏ, ਲਗਭਗ ਇਸ ਤਰ੍ਹਾਂ ਦਾ ਹੀ ਉਦੋਂ ਜਿਹੜਾ ਹੈਗਾ 11 ਐਗਰੀਕਲਚਰ ਮਿਨਿਸਟਰਸ ਨੇ ਆਪਣੀ ਰਿਪੋਰਟ ਜਿਹੜੀ 22 ਜਨਵਰੀ 2013 ਨੂੰ ਮਨਮੋਹਨ ਸਿੰਘ ਸਰਕਾਰ ਨੂੰ ਦਿੱਤੀ ਸੀ, ਉਹਨਾਂ ਨੂੰ ਦਿੱਤੀ। ਉਹਦੇ ਬਾਅਦ 2014 'ਚ ਸਾਡੀ ਸਰਕਾਰ ਆ ਗਈ। ਇਹਦੇ ਬਾਅਦ ਫਿਰ 7 ਜਿਹੜੇ ਚੀਫ ਮਿਨਿਸਟਰਸ ਜਿਹੜੇ ਹੈਗੇ ਨੇ 7 ਸਟੇਟਾਂ ਦੇ, ਜਿਨ੍ਹਾਂ 'ਚ ਕੈਪਟਨ ਅਮਰਿੰਦਰ ਸਿੰਘ ਵੀ ਔਰ ਮੱਧ ਪ੍ਰਦੇਸ਼ ਦੇ ਕਮਲਨਾਥ ਵੀ, ਇਹ ਦੋਨੋਂ ਵੀ ਸਨ। ਇਹਨਾਂ ਦੀ ਇੱਕ ਹੋਰ ਕਮੇਟੀ ਬਣੀ ਜਿਸ ਨੇ ਆਪਣੀ ਰਿਪੋਰਟ ਜਿਹੜੀ ਦਿੱਤੀ, ਉਹਦੇ ਬੇਸ ਦੇ ਉੱਤੇ ਹੀ ਇਹ ਕਾਨੂੰਨ ਆਏ ਨੇ। ਲੇਕਿਨ ਤੁਸੀਂ ਕਹਿ ਰਹੇ ਰਿਪੋਰਟ ਦੇ ਬੇਸ ਤੇ ਕਾਨੂੰਨ ਆਏ ਨੇ, CM ਸਾਹਿਬ ਤਾਂ ਕਹਿੰਦੇ ਸਾਡੇ ਕੋਈ ਰਾਏ ਨਹੀਂ ਲਈ ਗਈ। ਨਹੀਂ, ਕੈਪਟਨ ਅਮਰਿੰਦਰ ਸਿੰਘ ਤੋਂ ਝੂਠਾ ਬੰਦਾ ਕੋਈ ਨਹੀਂ। ਹੁਣ ਤਾਂ ਇਹ ਨਹੀਂ ਪਤਾ ਕਿ ਸਵੇਰੇ ਕੀ ਖਾਧਾ ਤੇ ਸ਼ਾਮ ਨੂੰ ਕੀ ਬੋਲਣਾ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾਓ ਇਸ ਤੋਂ ਵੱਡਾ ਝੂਠ ਕੀ ਹੋ ਸਕਦਾ ਹੈ ਕਿ 2006 ਦੇ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ, ਉਦੋਂ ਇਹਨਾਂ ਨੇ APMC ਐਕਟ ਨੂੰ ਅਮੈਂਡ ਕੀਤਾ ਔਰ ਉਹਦੇ 'ਚ ਪ੍ਰਿੰਸੀਪਲ ਯਾਰਡ, ਸਬ ਮਾਰਕੀਟ ਯਾਰਡ ਔਰ ਪ੍ਰਾਈਵੇਟ ਮਾਰਕੀਟ ਯਾਰਡ ਦੀ ਇਜਾਜ਼ਤ ਦਿੱਤੀ 2006 ਦੇ ਵਿੱਚ ਪੰਜਾਬ ਦੇ ਵਿੱਚ, ਯਾਨੀ ਕਿ ਪ੍ਰਾਈਵੇਟ ਜਿਹੜੀਆਂ ਮੰਡੀਆਂ ਲੱਗ ਸਕਦੀਆਂ ਨੇ। ਉਸ ਦੇ ਬਾਅਦ ਜਿੱਥੇ ਕਾਂਗਰਸ ਦਾ ਸਵਾਲ ਕਰ ਲਈਏ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ 4 ਦਸੰਬਰ 2012 ਪਾਰਲੀਮੈਂਟ ਦੇ ਵਿੱਚ ਕਪਿਲ ਸਿੱਬਲ ਨੇ ਬਹੁਤ ਲੰਬਾ ਭਾਸ਼ਣ ਦਿੱਤਾ ਸੀਗਾ ਕਿ ਐਗਰੀਕਲਚਰ ਰਿਫਾਰਮਸ ਦੇ ਬਿਨਾਂ ਕਿਸਾਨ ਮਰ ਜਾਏਗਾ ਤੇ ਸਾਨੂੰ ਰਿਫਾਰਮਸ ਲਿਆਣੇ ਬਹੁਤ ਜ਼ਰੂਰੀ ਨੇ, ਫ੍ਰੀ ਟ੍ਰੇਡ ਕਰਨਾ ਜ਼ਰੂਰੀ ਹੈ, ਇਹ ਆੜਤੀਆ ਸਿਸਟਮ ਤੋਂ ਬਾਹਰ ਕੱਢਣਾ ਚਾਹੀਦਾ ਹੈ। ਇਹ ਸਾਰਾ ਤੁਸੀਂ ਸਾਰਿਆਂ ਨੇ ਉਹਦੇ ਬਹੁਤ ਵਾਇਰਲ ਹੋਈ ਹੈ ਉਹ ਵੀਡੀਓ, ਤੁਹਾਨੂੰ ਦੇਖੀ ਹੋਣੀ ਹੈ। ਉਹਦੇ ਬਾਅਦ 2013 ਦੇ ਵਿੱਚ ਰਾਹੁਲ ਗਾਂਧੀ ਨੇ ਆਪਣੇ 11 ਚੀਫ ਮਿਨਿਸਟਰ ਜਿਹੜੇ ਇਹਨਾਂ ਦੇ ਸੀਗੇ, ਉਹਨਾਂ ਦੀ ਇੱਕ ਮੀਟਿੰਗ ਬੁਲਾਈ ਸੀ। ਉਸ ਮੀਟਿੰਗ ਦੇ ਬਾਅਦ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰਿਆਂ ਨੂੰ ਆਦੇਸ਼ ਦਿੱਤਾ ਹੈ ਕਿ 13 ਜਨਵਰੀ 2014 ਤੱਕ ਸਾਰੇ ਜਿਹੜੇ ਇਹਨਾਂ ਦੇ ਮੁੱਖ ਮੰਤਰੀ ਨੇ 11 ਦੇ 11 ਉਹ ਫਰੂਟ ਔਰ ਵੈਜੀਟੇਬਲਸ ਨੂੰ APMC ਤੋਂ ਬਾਹਰ ਕੱਢਣਗੇ। ਔਰ ਮਨਮੋਹਨ ਸਿੰਘ ਜੀ ਨੇ ਭਾਸ਼ਣ ਦਿੰਦੇ ਹੋਏ, ਤੁਸੀਂ ਇਹ ਵੀ ਸੁਣਿਆ, ਬਹੁਤ ਵੀਡੀਓ ਵਾਇਰਲ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ 12ਵੇਂ ਜਿਹੜਾ 5 ਈਅਰ ਪਲਾਨ ਆਏਗਾ ਉਹਦੇ ਵਿੱਚ ਇਸ ਸੁਧਾਰਾਂ ਦੀ ਗੱਲ ਕਰਾਂਗਾ, ਫ੍ਰੀ ਟ੍ਰੇਡ ਦੀ ਔਰ APMC ਦੀ ਅਮੈਂਡਮੈਂਟ ਦੀ। ਉਹਦੇ ਬਾਅਦ 2017 ਦੇ ਵਿੱਚ ਜਦੋਂ ਪੰਜਾਬ ਦੇ ਚੁਣਾਵ ਸਨ ਵਿਧਾਨ ਸਭਾ ਦੇ, ਤੇ ਉਦੋਂ ਜਿਹੜਾ ਇਹਨਾਂ ਦਾ ਮੈਨੀਫੈਸਟੋ ਹੈਗਾ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ APMC ਨੂੰ ਅਮੈਂਡ ਕਰਾਂਗੇ ਔਰ 14 ਅਗਸਤ 2017 ਨੂੰ ਜਿਹੜੀ APMC ਅਮੈਂਡ ਕੀਤੀ ਇਹਨਾਂ ਨੇ ਪੰਜਾਬ ਦੇ ਵਿੱਚ, ਉਹਦੇ 'ਚ ਇਹਨਾਂ ਨੇ ਕੀ ਕੀਤਾ, ਸੀਜ਼ਨਲ ਮਾਰਕੀਟ ਯਾਰਡ ਦੀ ਇਜਾਜ਼ਤ ਦਿੱਤੀ। ਪ੍ਰਾਈਵੇਟ ਮਾਰਕੀਟ ਯਾਰਡ ਤੇ 2006 'ਚ ਹੀ ਕਰਤੇ ਸੀਗੇ,
ਸੀਜ਼ਨਲ ਮਾਰਕੀਟ ਯਾਰਡ ਦੀ ਇਜਾਜ਼ਤ ਦਿੱਤੀ, ਈ ਟ੍ਰੇਡਿੰਗ ਦੀ ਇਜਾਜ਼ਤ ਦਿੱਤੀ, ਡਾਇਰੈਕਟ ਮਾਰਕੀਟਿੰਗ ਦੀ ਇਜਾਜ਼ਤ ਦਿੱਤੀ, ਪ੍ਰੋਡਿਊਸਰ ਕੰਜ਼ਿਊਮਰ ਮਾਰਕੀਟ ਜਿਹੜੀ ਹੋਏਗੀ ਉਹਦੀ ਇਜਾਜ਼ਤ ਦਿੱਤੀ, ਪ੍ਰਾਈਵੇਟ ਮਾਰਕੀਟ ਯਾਰਡ ਦਿੱਤੀ, ਸਪੈਸ਼ਲ ਮਾਰਕੀਟ ਯਾਰਡ ਬਣਾਉਣ ਦੀ ਗੱਲ ਇਹਨਾਂ ਨੇ ਕੀਤੀ। ਸੋ ਮੈਨੂੰ ਇਹ ਦੱਸੋ ਕਿ ਜੋ ਹੁਣ ਕਾਨੂੰਨ ਚ ਆਇਆ ਹੈ, ਇਹ ਤੇ ਪੰਜਾਬ ਦੇ ਵਿੱਚ ਆਲਰੇਡੀ 2017 ਦੇ ਵਿੱਚ ਮਾਰਕੀਟ ਕਮੇਟੀ ਦੀ ਅਮੈਂਡਮੈਂਟਾਂ ਹੋ ਚੁੱਕੀਆਂ ਨੇ। ਲੇਕਿਨ ਸਰ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਅਮੈਂਡਮੈਂਟਸ ਹੋ ਚੁੱਕੀਆਂ ਨੇ, ਤੇ ਫਿਰ ਕਿਉਂ ਬੀਜੇਪੀ ਜਾਂ ਕੇਂਦਰ ਸਰਕਾਰ ਵੀ ਕਹਿ ਦੋ, ਕਿਉਂਕਿ ਹਾਲਾਂਕਿ ਪਾਰਟੀ ਸਰਕਾਰ ਕੇਂਦਰ 'ਚ ਹੈ, ਕਿਉਂ ਤੁਸੀਂ ਕਿਸਾਨਾਂ ਨੂੰ ਸਮਝਾ ਨਹੀਂ ਪਾਏ? ਪੰਜਾਬ 'ਚ ਸੰਘਰਸ਼ ਹੁੰਦਾ ਰਿਹਾ, ਹੁਣ ਦਿੱਲੀ ਬੈਠੇ ਨੇ, ਤੁਸੀਂ ਸਮਝਾ ਨਹੀਂ ਪਾਏ ਜਾਂ ਫਿਰ ਰਾਏ ਸ਼ੁਮਾਰੀ ਨਹੀਂ ਕੀਤੀ ਗਈ ਪਹਿਲਾਂ? ਕਿਉਂਕਿ ਆਮ ਤੌਰ ਤੇ ਬਜਟ ਆਉਂਦਾ ਹੈ ਤਾਂ ਵੀ ਬਜਟ ਤੋਂ ਪਹਿਲਾਂ ਜਿਹੜੀ ਸੰਬੰਧਿਤ ਸੰਸਥਾਵਾਂ ਹੁੰਦੀਆਂ ਨੇ, ਖਾਸ ਕਰਕੇ ਜਿਹੜੀ ਵਿੱਤੀ ਸੰਸਥਾਵਾਂ ਹੁੰਦੀਆਂ ਨੇ, ਐਸੋਸੀਏਸ਼ਨ ਹੁੰਦੀਆਂ ਨੇ, ਚਰਚਾ ਕੀਤੀ ਹੈ, ਤੁਸੀਂ ਰਾਏ ਜੂ ਨਹੀਂ ਸਮਝੀ ਲੈਣੀ? ਕਿਸਾਨ ਵੀ ਦੋਸ਼ ਚਲਾ ਰਹੇ ਨੇ। ਨਹੀਂ, ਮੈਂ ਇਹੀ ਦੱਸ ਰਿਹਾ ਹੈਗਾ 2013 ਦੇ ਵਿੱਚ ਜਿਹੜਾ ਹੈਗਾ ਵਾ ਅਕਾਲੀ ਦਲ ਦੀ ਜਦੋਂ ਸਰਕਾਰ ਸੀਗੀ ਬੀਜੇਪੀ ਦੇ ਨਾਲ, ਉਦੋਂ ਕੰਟਰੈਕਟ ਫਾਰਮਿੰਗ ਪੰਜਾਬ 'ਚ ਲੱਗ ਗਈ। ਦੋ ਇਸ਼ੂ ਨੇ ਨਾ, ਫ੍ਰੀ ਮਾਰਕੀਟਿੰਗ ਟ੍ਰੇਡ ਔਰ ਕੰਟਰੈਕਟ। ਇਹ ਆਲਰੇਡੀ ਜਿਹੜੀਆਂ ਚੀਜ਼ਾਂ ਹੁਣ ਆਈਆਂ ਨੇ ਕਾਨੂੰਨ ਦੇ ਵਿੱਚ, ਇਹ ਤੇ ਪੰਜਾਬ ਦੇ ਵਿੱਚ ਆਲਰੇਡੀ ਹੈਗੀਆਂ ਨੇ, ਲੱਗੀਆਂ ਹੋਈਆਂ ਨੇ, ਕਾਨੂੰਨ ਅਮੈਂਡਮੈਂਟ ਹੈਗੀਆਂ ਨੇ। ਦੁੱਖ ਇਸ ਗੱਲ ਦਾ ਕਿ ਪੰਜਾਬ ਦੇ ਕਿਸਾਨ ਨੂੰ ਸਭ ਤੋਂ ਜ਼ਿਆਦਾ ਗੁੰਮਰਾਹ ਜਿਹੜਾ ਹੈਗਾ ਵਾ ਇਸ ਵੇਲੇ ਦੀ ਮੌਜੂਦਾ ਸਰਕਾਰ ਨੇ ਕੀਤੀ, ਔਰ ਅਕਾਲੀ ਦਲ ਵੀ ਉਸੇ ਰੋਚ ਰੁਲ ਗਿਆ। ਕੰਟਰੈਕਟ ਫਾਰਮਿੰਗ ਲੈ ਕੇ ਆਏ ਹੋ, APMC ਐਕਟ ਕਾਂਗਰਸ ਨੇ ਅਮੈਂਡ ਕੀਤੀ ਹੈ, ਤੇ ਫਿਰ ਰੌਲਾ ਕਿਸ ਗੱਲ ਦਾ ਹੈ? ਮੇਰੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਪਾਰਟੀ ਹੈ, ਕਿਸਾਨਾਂ ਦੇ ਹਿੱਤ ਲਈ ਕੰਮ ਕਰਦੀ ਹੈ। ਮੈਨੂੰ ਇੱਕ ਚੀਜ਼ ਦੱਸੋ, ਅੱਜ ਤੱਕ ਕਿਸੇ ਸਰਕਾਰ ਨੇ ਤੁਹਾਨੂੰ 6000 ਰੁਪਇਆ ਸਾਲ ਦਾ ਕਦੀ ਬਿਨਾਂ ਕਿਸੇ ਗੱਲ ਦੇ ਦਿੱਤਾ? ਹਰ ਕਿਸਾਨ 10.35 ਕਰੋੜ ਕਿਸਾਨਾਂ ਨੂੰ ਹਰ ਸਾਲ ਦਾ 6000 ਰੁਪਇਆ ਉਹਨਾਂ ਦੇ ਖਾਤੇ 'ਚ ਜਾਂਦਾ ਹੈ। ਇੱਕ ਐਡੀਸ਼ਨਲ ਜਿਹੜਾ ਹੈਗਾ ਵਾ ਕਿਸਾਨ ਨੂੰ ਇੱਕ ਰਾਹਤ ਦਿੱਤੀ ਹੈ ਇਸ ਮੋਦੀ ਸਰਕਾਰ ਨੇ। ਔਰ ਮਨਮੋਹਨ ਸਿੰਘ ਸਰਕਾਰ ਨੇ 10 ਸਾਲ ਦੇ ਵਿੱਚ 53,000 ਕਰੋੜ ਦੇ ਕਰਜ਼ੇ ਮਾਫ ਕੀਤੇ ਸੀਗੇ। ਮੋਦੀ ਸਰਕਾਰ 75,000 ਕਰੋੜ ਰੁਪਇਆ ਹਰ ਸਾਲ ਕਿਸਾਨਾਂ ਦੇ ਖਾਤੇ 'ਚ ਪਾਉਂਦੀ ਪਈ ਹੈ। ਇਹਦੇ ਇਲਾਵਾ ਤੁਸੀਂ ਹੋਰ ਦੇਖਿਆ ਹੋਣਾ ਹੈਲਥ ਕਾਰਡ, ਸੋਇਲ ਹੈਲਥ ਕਾਰਡ ਦੀ ਅਸੀਂ ਪ੍ਰੋਵੀਜ਼ਨ ਲਿਆਂਦੀ, ਜਿਹੜੀ ਅੱਗੇ ਇੰਸ਼ੋਰੈਂਸ ਹੁੰਦੀ ਹੈ ਆਪਣੀ ਫਸਲ ਬੀਮਾ ਯੋਜਨਾ। ਅੱਗੇ 50% ਫਸਲ ਖਰਾਬ ਹੋਵੇ ਤੇ ਕਿਸਾਨ ਨੂੰ ਉਹਦੀ ਕੰਪਨਸੇਸ਼ਨ ਮਿਲਦੀ ਸੀ। ਸਾਡੀ ਸਰਕਾਰ ਨੇ ਉਹਨੂੰ 30% ਕਰ ਦਿੱਤੀ। 30% ਵੀ ਉਹਦਾ ਨੁਕਸਾਨ ਹੋ ਗਿਆ ਤਾਂ ਉਹਨੂੰ ਫੁੱਲ ਪੇਮੈਂਟ ਮਿਲੂਗੀ ਉਹਦੀ ਫਸਲ ਦੀ। ਤੁਸੀਂ ਫਾਇਦੇ ਗਿਣਾ ਰਹੇ ਹੋ, ਪਰ ਗੱਲ ਉੱਥੇ ਹੀ ਆਉਂਦੀ ਨਾ, ਫਿਰ ਤੁਸੀਂ ਕਿਉਂ ਨਹੀਂ ਸਮਝਾ ਪਾਏ ਕਿਸਾਨਾਂ ਨੂੰ? ਉਹ ਪੰਜਾਬ 'ਚ ਬੈਠੇ ਧਰਨੇ 'ਚ, ਪਹਿਲਾਂ ਮੀਟਿੰਗਾਂ ਹੋਈਆਂ, ਉਸ ਮੀਟਿੰਗ ਦੇ ਨਤੀਜੇ ਕਿਉਂ ਨਹੀਂ ਨਿਕਲੇ? ਫਿਰ ਕਿਉਂ ਨਹੀਂ ਸਮਝਾ ਪਾਏ ਆਪਾਂ? ਦੇਖੋ, ਇਹਦੇ ਵਿੱਚ ਜਿਹੜਾ ਹੈਗਾ ਵੈ, ਜੇ ਤੇ ਇਮਾਨਦਾਰੀ ਨਾਲ ਆਪਾਂ ਉਹਦੇ ਤੇ ਗੱਲ ਕਰੀਏ ਤੇ ਉਹਦਾ ਹੱਲ ਨਿਕਲ ਸਕਦਾ, ਤੇ ਜੇ ਉਹਦੇ ਪਿੱਛੇ ਰਾਜਨੀਤੀ ਹੋਵੇ ਤੇ ਫਿਰ ਉਹ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਪੰਜਾਬ ਦੇ ਕਿਸਾਨਾਂ ਨਾਲ ਰਾਜਨੀਤੀ ਖੇਡੀ ਜਾ ਰਹੀ ਹੈ। ਸਾਰੀਆਂ ਪਾਰਟੀਆਂ ਰਲ ਕੇ ਆਪਣੇ ਵੋਟ ਬੈਂਕ ਨੂੰ ਬਚਾਉਣ ਵਾਸਤੇ ਲੱਗੀਆਂ ਨੇ। ਕੈਪਟਨ ਅਮਰਿੰਦਰ ਸਿੰਘ ਪੌਣੇ 4 ਸਾਲ ਹੋ ਗਏ, ਪੂਰੀ ਫੇਲ ਗਵਰਨਮੈਂਟ ਹੈ, ਨਾ ਲਾਅ ਐਂਡ ਆਰਡਰ ਹੈ, ਨਾ ਗਰੀਬ ਦਾ ਧਿਆਨ ਹੈ, ਨਾ ਕਿਸੇ ਵਪਾਰੀ ਦਾ ਧਿਆਨ ਹੈ, ਨਾ ਕਿਸਾਨ ਦਾ ਧਿਆਨ ਹੈ। ਜਿੰਨੇ ਵਾਅਦੇ ਕੀਤੇ ਸੀ ਕੋਈ ਵਾਅਦੇ ਪੂਰੇ ਨਹੀਂ ਕੀਤੇ। ਉਹਨੂੰ ਇਹ ਲੱਗਿਆ ਕਿ ਮੇਰੀ ਜ਼ਮੀਨ ਖਿਸਕ ਗਈ ਹੈ, 2022 ਦਾ ਚੁਣਾਵ ਆ ਰਿਹਾ ਤੇ ਮੈਂ ਇਸ ਮੁੱਦੇ ਨੂੰ ਹਵਾ ਦੇ ਦਿਆਂ, ਔਰ ਉਹਨਾਂ ਨੇ ਸਾਰੀ ਉਸ ਤਰੀਕੇ ਨਾਲ ਕੀਤੀ। ਅਕਾਲੀ ਦਲ ਦਾ ਗਰਾਊਂਡ ਤੇ ਖਤਮ ਹੋ ਚੁੱਕਾ ਸੀਗਾ, ਉਹਨੂੰ ਇਹ ਲੱਗਿਆ ਕਿ ਮੈਂ ਜੇ ਕਿਸਾਨਾਂ ਨਾਲ ਖੜ ਜਾਗਾ ਸ਼ਾਇਦ ਮੈਨੂੰ ਦੁਬਾਰਾ ਗਰਾਊਂਡ ਮਿਲ ਜਾਵੇ ਚੁਣਾਵ ਦੀ। ਆਪ ਦਾ ਵਜੂਦ ਖਤਮ ਹੋ ਗਿਆ ਸੀਗਾ। ਤੁਸੀਂ ਆਪ ਦਾ ਦੇਖੋ, 23 ਨਵੰਬਰ ਨੂੰ ਐਸੇ ਸਾਲ, ਅਬ ਮਹੀਨਾ ਵੀ ਨਹੀਂ ਹੋਇਆ, ਦਿੱਲੀ ਦੇ ਵਿੱਚ ਤੇ ਉਹ ਮਾਰਕੀਟ ਕਮੇਟੀ ਕੇਂਦਰ ਦੇ ਜਿਹੜੇ 3 ਕਾਨੂੰਨ ਨੇ ਉਹਨੂੰ ਲਾਗੂ ਕਰਨ ਵਾਸਤੇ ਆਪਣੀ ਮਾਰਕੀਟ ਕਮੇਟੀ ਨੂੰ ਨੋਟੀਫਾਈ ਕਰਦਾ ਪਿਆ ਉਸ ਨੂੰ, ਔਰ ਆ ਕੇ ਕਿਸਾਨਾਂ ਦੇ ਧਰਨੇ ਦੇ ਵਿੱਚ ਆ ਕੇ ਉਹਨਾਂ ਨੂੰ ਕਹਿ ਰਿਹਾ ਮੈਂ ਤੁਹਾਡੇ ਨਾਲ ਹਾਂ ਜੀ, ਮੈਂ ਤੁਹਾਡਾ ਸਾਥੀ ਹਾਂ, ਮੈਂ ਤੁਹਾਡਾ ਦਾਸ ਹਾਂ। ਸੋ ਇਸ ਤਰ੍ਹਾਂ ਦੀ ਜਦੋਂ ਉੱਚੀ ਰਾਜਨੀਤੀ ਖੇਡੀ ਜਾਏਗੀ ਤੇ ਸਮਾਜ ਦਾ ਔਰ ਦੇਸ਼ ਦਾ ਭਲਾ ਕਿਵੇਂ ਹੋ ਸਕਦਾ? ਲੇਕਿਨ ਸੁਖਬੀਰ ਜੀ ਤਾਂ ਕਹਿ ਰਹੇ ਨੇ ਕਿ ਮੋਦੀ ਸਾਹਿਬ ਨੂੰ ਕਿਸਾਨੀ ਬਾਰੇ ਕੋਈ ਪਤਾ ਹੀ ਨਹੀਂ ਆ। ਸੁਖਬੀਰ ਬਾਰੇ ਕੀ ਕਹਿਣਾ ਯਾਰ, ਉਹਦੇ ਵਾਸਤੇ ਨਾ ਹੀ ਗੱਲ ਕਰੋ ਤੇ ਚੰਗੀ ਗੱਲ ਹੈ। ਹੁਣ ਕੀ ਕਹੀਏ ਤੁਹਾਨੂੰ, ਸਾਡੇ ਪੁਰਾਣੇ ਸਾਥੀ ਰਹੇ ਨੇ, ਸੋ ਮੈਂ ਨਾ ਹੀ ਕਵਾਂ ਤੇ ਬਿਹਤਰ ਹੈਗਾ, ਨਹੀਂ ਤੇ ਗੱਲ ਬੜੀ ਦੂਰ ਤੱਕ ਜਾਊਗੀ। ਲੇਕਿਨ ਸਰ ਕੁੱਲ ਮਿਲਾ ਕੇ ਇਹ ਵੀ ਹੈ ਨਾ ਕਿ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ, ਫਿਰ ਤੁਸੀਂ ਹਾਲ ਤੱਕ ਕਿਉਂ ਨਹੀਂ ਬੈਠ ਕੇ ਹੱਲ ਕਰ ਸਕੇ? ਕਿਉਂਕਿ ਲਗਾਤਾਰ ਉਹ ਕਹਿ ਰਹੇ ਨੇ ਤੁਸੀਂ ਗੱਲਬਾਤ ਕਰਨ ਤੇ ਰਾਜੀ ਹੋ, ਲੇਕਿਨ ਫਿਰ ਵੀ ਕੁੱਲ ਮਿਲਾ ਕੇ ਉਹਨਾਂ ਜੇ ਕਹਿੰਦੇ ਕਾਨੂੰਨ ਵਾਪਸ ਲਓ, ਤੁਸੀਂ ਵਾਪਸ ਕਿਉਂ ਲੈ ਰਹੇ? ਫਿਰ ਦੇਖੋ, ਜਿੱਥੇ ਤੱਕ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਕਾਨੂੰਨ ਬਣਦਾ ਹੈਗਾ ਤੇ ਕਿਸੇ ਵੀ ਜਿਹੜੀ ਏਜੰਸੀ ਹੁੰਦੀ ਹੈ ਜਾਂ ਆਪਾਂ ਕਹਿ ਲਈਏ ਪਬਲਿਕ ਹੁੰਦੀ ਹੈ, ਜੇ ਉਹਨੂੰ ਕਿਸੇ ਤਰ੍ਹਾਂ ਦੇ ਇਤਰਾਜ਼ ਹੁੰਦੇ ਨੇ, ਇਸ ਤੋਂ ਜ਼ਿਆਦਾ ਮੈਂ ਕਹਿੰਦਾ ਕਿ ਕਿਸਾਨ ਫਰੈਂਡਲੀ ਜਾਂ ਕਿਸਾਨ ਹਿੱਤ ਦੀ ਗੱਲ ਕਰਨ ਵਾਲੀ ਸਰਕਾਰ ਕਿਹੜੀ ਹੋਏਗੀ ਜਿਹੜੇ ਖੁੱਲੇ ਮਨ ਨਾਲ 6 ਬੈਠਕਾਂ 6-6 7-7 ਘੰਟੇ ਦੀ ਕਰ ਚੁੱਕੀ ਹੈ। ਔਰ ਉਹਨਾਂ ਨੇ ਜਿਹੜੇ ਸੰਸ਼ੇ ਦੱਸੇ ਸੀਗੇ, ਉਹਨਾਂ ਨੇ ਕਿਹਾ ਕਿ ਜੇ ਆਪਣਾ
ਫ੍ਰੀ ਟ੍ਰੇਡ ਹੋ ਜਾਏਗਾ ਤੇ ਸਾਡੀ ਐਮਐਸਪੀ ਬੰਦ ਹੋ ਜਾਏਗੀ। ਗਵਰਨਮੈਂਟ ਨੇ ਕਿਹਾ ਕਿ ਅਸੀਂ ਰਿਟਨ ਦੇ ਵਿੱਚ ਅਸ਼ੋਰੈਂਸ ਦੇਣ ਨੂੰ ਤਿਆਰ ਹਾਂ ਕਿ ਕੋਈ ਐਮਐਸਪੀ ਬੰਦ ਨਹੀਂ ਹੋਏਗੀ। ਉਹਨਾਂ ਨੇ ਕਿਹਾ ਜੀ ਜਦ ਪ੍ਰਾਈਵੇਟ ਮਾਰਕੀਟ ਮੰਡੀਆਂ ਬਣ ਜਾਣਗੀਆਂ ਤੇ ਸਾਡੀ ਜਿਹੜੀ ਐਸਟੈਬਲਿਸ਼ ਮਾਰਕੀਟ ਹੈ ਉਹ ਬੰਦ ਹੋ ਜਾਏਗੀ। ਗਵਰਨਮੈਂਟ ਨੇ ਕਿਹਾ ਉਹਦੇ ਤੇ ਕੋਈ ਅਸਰ ਨਹੀਂ ਆਉਣ ਦੇਵਾਂਗੇ। ਇਹਨੇ ਕਿਹਾ ਉਹਦੇ ਚ ਟੈਕਸ ਹੈਗਾ, ਦੂਜੇ ਪਾਸੇ ਟੈਕਸ ਹੈ ਨਹੀਂ। ਸਰਕਾਰ ਕਹਿੰਦੀ ਸੀ ਉਹਦੇ ਤੇ ਟੈਕਸ ਲਾ ਦੇਣੇ ਜਿਹੜੀ ਪ੍ਰਾਈਵੇਟ ਮੰਡੀਆਂ ਬਣਨਗੀਆਂ। ਇਹ ਕਹਿੰਦੇ ਪੈਨ ਕਾਰਡ ਦੇ ਉੱਤੇ ਬੰਦਾ ਖਰੀਦੇਗਾ ਤੇ ਅਸੀਂ ਕੱਲ ਨੂੰ ਕਿੱਥੇ ਲੱਭਾਂਗੇ। ਉਹਨਾਂ ਕਿਹਾ ਇਹਦੀ ਰਜਿਸਟ੍ਰੇਸ਼ਨ ਕਰਾ ਦੇਵਾਂਗੇ। ਕੰਟਰੈਕਟ ਫਾਰਮਿੰਗ ਦੇ ਇਹਨਾਂ ਨੇ ਕਿਹਾ ਜੀ ਕੰਟਰੈਕਟ ਦੀ ਰਜਿਸਟ੍ਰੇਸ਼ਨ ਨਹੀਂ ਹੈਗੀ। ਇਹਨਾਂ ਨੇ ਕਿਹਾ ਕੰਟਰੈਕਟ ਦੀ ਰਜਿਸਟ੍ਰੇਸ਼ਨ ਕਰਾ ਦੇਵਾਂਗੇ। ਇਹਨਾਂ ਨੇ ਕਿਹਾ ਜੀ ਕਿ ਜਿਹੜਾ ਹੈਗਾ ਵਾ ਸਿਵਲ ਕੋਰਟ 'ਚ ਜਾਣਾ ਚਾਹੀਦਾ। ਹਾਲਾਂਕਿ ਅਸੀਂ ਤੇ ਹੁਣ ਵੀ ਕਹਿੰਦੇ ਆ ਕਿ ਐਸਡੀਐਮ ਕੋਰਟ ਦੇ ਵਿੱਚ 30 ਦਿਨ 'ਚ ਫੈਸਲਾ ਹੋ ਜਾਊਗਾ। ਦੋ ਬੰਦੇ ਕਿਸਾਨਾਂ ਦੇ ਹੋਣੇ, ਦੋ ਬੰਦੇ ਵਪਾਰੀ ਦੇ ਹੋਣਗੇ, ਆਪਸ 'ਚ ਬੈਠ ਕੇ ਕਿਸਾਨ ਐਸਡੀਐਮ ਫੈਸਲਾ ਕਰਾ ਦੇਗਾ। 30 ਦਿਨ ਦੇ ਵਿੱਚ ਅਪੀਲ ਹੋ ਜਾਏਗੀ। ਇਹਨਾਂ ਨੇ ਕਿਹਾ ਨਹੀਂ ਜੀ ਸਾਨੂੰ ਫੇਰ ਵੀ ਸਿਵਲ ਕੋਰਟ ਦਾ ਰਾਜ ਚਾਹੀਦਾ। ਸਰਕਾਰ ਕਹਿੰਦੀ ਸਿਵਲ ਕੋਰਟ ਵੀ ਦੇਣ ਨੂੰ ਤਿਆਰ ਆ। ਇਹਨਾਂ ਨੇ ਪਰਾਲੀ ਵਾਲੇ ਕਾਨੂੰਨ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਠੀਕ ਹੈ ਜੀ ਅਸੀਂ ਕਿਸਾਨਾਂ ਨੂੰ ਪਰਾਲੀ ਵਾਲੇ ਕਾਨੂੰਨ 'ਚੋਂ ਬਾਹਰ ਕੱਢਦੇ ਨੇ, ਜਿਹੜਾ ਪੋਲਿਊਸ਼ਨ ਦਾ ਬਣਾਇਆ ਉਹਨਾਂ ਨੇ। ਇਹਨਾਂ ਨੇ ਕਿਹਾ ਜੀ ਕਿ ਬਿਜਲੀ ਦਾ ਜਿਹੜਾ ਇਸ਼ੂ ਹੈ ਉਹਨਾਂ ਨੇ ਕਿਹਾ ਕਿਸਾਨਾਂ ਨੂੰ ਅਸੀਂ ਐਸਾ ਪ੍ਰਵਾਧਨ ਕਰਾਂਗੇ ਕਿਸਾਨਾਂ ਨੂੰ ਉਹਦੇ ਨਾਲ ਔਖ ਨਾ ਆਵੇ। ਹੁਣ ਮੈਨੂੰ ਇੱਕ ਚੀਜ਼ ਦੱਸੋ, ਜਿੰਨੇ ਇਤਰਾਜ਼ ਇਹਨਾਂ ਨੇ ਕੀਤੇ ਕੇਂਦਰ ਸਰਕਾਰ ਨੇ ਉਹ ਸਾਰਿਆਂ ਦਾ ਹੱਲ ਕਰਦੇ ਹੋਏ ਪ੍ਰਸਤਾਵ ਇਹਨਾਂ ਕੋਲ ਭੇਜ ਦਿੱਤਾ। ਹੁਣ ਬਾਕੀ ਕੀ ਰਹਿ ਗਿਆ? ਮਤਲਬ ਇੱਕ ਅੜੀ ਹੈ ਨਾ ਕਿ ਅਸੀਂ ਰੱਦ ਕਰਾਣੇ ਆ। ਬਈ ਰੱਦ ਕਿਸ ਗੱਲ ਲਈ ਕਰਾਣੇ? ਕਿਸਾਨਾਂ ਦੇ ਭਲੇ ਲਈ ਲਿਆਂਦਾ। ਉਹ ਕਿਸਾਨਾਂ ਦੀ ਪਾਰਟੀ ਹੈ ਬੀਜੇਪੀ, ਕਿਸਾਨਾਂ ਦੇ ਭਲੇ ਵਾਸਤੇ ਕੰਮ ਕਰਦੀ ਪਈ ਹੈ ਤੇ ਫਿਰ ਰੱਦ ਕਿਸ ਲਈ? ਕੋਈ ਐਸੀ ਗੱਲ ਸੋਚ ਸਕਦੇ ਹੋ ਕਿ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਦੇ ਐਸਾ ਕੰਮ ਕਰੇਗੀ ਜਿਹੜਾ ਕਿਸਾਨ ਦੇ ਹਿੱਤ 'ਚ ਨਾ ਹੋਵੇ? ਜਿਹੜਾ ਵਿਅਕਤੀ ਕਿਸਾਨਾਂ ਨੂੰ ਜੀਵਨ ਪੱਧਰ ਨੂੰ ਉੱਪਰ ਚੱਕਣ ਵਾਸਤੇ ਉਹਨੂੰ ਫਸਲ ਦਾ ਵਾਜਬ ਮੁੱਲ ਮਿਲੇ ਔਰ ਹਰ ਤਰੀਕੇ ਨਾਲ ਕਿਸਾਨਾਂ ਵਾਸਤੇ ਜਿਹੜਾ ਹੈਗਾ ਵਾ ਕੰਮ ਕਰ ਰਿਹਾ ਤੇ ਫਿਰ ਉਹ ਕਿਵੇਂ ਕਿਸਾਨ ਵਿਰੋਧੀ ਹੋ ਸਕਦਾ? ਲੇਕਿਨ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਮਨੀਤ ਸਿੰਘ ਬਿੱਟੂ ਦਾ ਇਹ ਕਹਿਣਾ ਹੈ ਕਿ ਤੁਸੀਂ ਇੱਕ ਪਾਸੇ ਦੋਸ਼ ਲਾ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਸਭ ਕਰਾ ਰਹੇ ਹਨ। ਉਹ ਕਹਿ ਰਹੇ ਨੇ ਕਿ ਸਭ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਮਿਲੇ ਹੋਏ ਨੇ। ਮੈਨੂੰ ਲੱਗਦਾ ਹੈ ਕਿ ਬਿੱਟੂ ਨੂੰ ਤੇ ਬਿਹਤਰ ਹੈ ਕਿਸੇ ਹਸਪੀਟਲ 'ਚੋਂ ਚੈੱਕਅਪ ਕਰਾਉਣਾ ਚਾਹੀਦਾ। ਬਿਹਤਰ ਹੈ ਕਿ ਉਹ ਜਾ ਕੇ ਹਸਪੀਟਲ 'ਚੋਂ ਆਪਣਾ ਚੈੱਕਅਪ ਕਰਾ ਲਵੇ। ਉਹਦਾ ਮਾਨਸਿਕ ਸੰਤੁਲਨ ਜਿਹੜਾ ਹੈਗਾ ਟੋਟਲੀ ਗੁਆ ਚੁੱਕਾ। ਉਹ ਮੰਨਿਆ ਹੈ ਭਗੌੜਾ, ਇੱਕ ਥਾਂ ਦੇ ਉੱਤੇ ਕਦੀ ਦੁਬਾਰਾ ਇਲੈਕਸ਼ਨ ਨਹੀਂ ਲੜਿਆ। ਹੁਣ ਉਹਨੂੰ ਪਤਾ ਕਿ ਕਾਂਗਰਸ ਵਿੱਚ ਉਹ ਇਰੈਲੇਵੈਂਟ ਹੋ ਗਿਆ। ਇਸ ਕਰਕੇ ਬੇਤੁਕੇ ਜਿਵੇਂ ਅਸ਼ਵਨੀ ਸ਼ਰਮਾ ਜੀ ਸਾਡੇ ਪ੍ਰਧਾਨ ਦੇ ਉੱਤੇ ਅਟੈਕ ਹੋਇਆ ਤੇ ਕਹਿਣ ਲੱਗਾ ਜੀ ਮੈਂ ਕਰਾਇਆ, ਮੈਂ ਹੋਰ ਵੀ ਕਰਾਊਂਗਾ। ਕੋਈ ਸਮਝਦਾਰ ਬੰਦਾ ਇਸ ਤਰ੍ਹਾਂ ਦੀ ਗੱਲ ਕਰ ਸਕਦਾ ਹੈ? ਫਿਰ ਉਹਦੇ ਬਾਅਦ ਅਨਾਪ ਸ਼ਨਾਪ ਬਿਆਨ ਦੇਣੇ, ਕਦੀ ਕਿਸਾਨਾਂ ਦੇ ਵਿਰੁੱਧ ਦੇਣ ਲੱਗ ਪੈਂਦਾ, ਕਦੀ ਕਿਸਾਨਾਂ ਦੇ ਪੱਖ 'ਚ ਦੇਣ ਲੱਗ ਪੈਂਦਾ। ਸੋ ਇਸ ਕਰਕੇ ਇਹ ਤੇ ਸਿਰਫ ਆਪਣੀ ਹਾਜ਼ਰੀ ਉੱਥੇ ਜਿਹੜੀ ਹੈਗੀ ਹੈ ਉਹਨੂੰ ਰੱਖਣ ਵਾਸਤੇ ਪਬਲਿਕਲੀ ਅਨਾਪ ਸ਼ਨਾਪ ਬਿਆਨ ਦਿੰਦਾ, ਸਿਰਫ ਆਪਣੇ ਆਪ ਨੂੰ ਪੋਲਿਟਿਕਸ ਵਿੱਚ ਰੈਲੇਵੈਂਟ ਰੱਖਣ ਵਾਸਤੇ, ਜਿਹੜਾ ਕਿ ਟੋਟਲੀ ਇਰਰੈਲੇਵੈਂਟ ਹੋ ਗਿਆ। ਲੇਕਿਨ ਬਿੱਟੂ ਦਾ ਵੀ ਕਹਿਣਾ ਹੈ ਕਿ ਖਾਲਿਸਤਾਨੀ ਤੱਤ ਜਿਹੜੇ ਹੈਗੇ ਨੇ, ਕਥਿਤ ਤੌਰ ਤੇ ਤੱਤ ਨੇ ਖਾਲਿਸਤਾਨੀ, ਉਹ ਕਹਿੰਦੇ ਹਾਈਜੈਕ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਦੀ ਪੋਲਿਟਿਕਸ ਵਿੱਚ। ਉਹ ਤੇ ਆਪਣੀ ਰੈਲੇਵੈਂਸ ਦਿਖਾਉਣ ਵਾਸਤੇ, ਆਪਣੀ ਹਾਜ਼ਰੀ ਦਿਖਾਉਣ ਵਾਸਤੇ ਅਨਾਪ ਸ਼ਨਾਪ ਬਿਆਨ ਦਿੰਦਾ ਰਹਿੰਦਾ। ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਉਹਨੂੰ ਆਪ ਵੀ ਪਤਾ ਕਿ ਮੈਂ ਕੀ ਬੋਲ ਕੀ ਰਿਹਾ ਵਾਂ। ਸੋ ਇਸ ਕਰਕੇ ਬਿਹਤਰ ਹੈ ਉਹਨੂੰ ਆਪਣਾ ਚੈੱਕਅਪ ਕਰਾਉਣਾ ਚਾਹੀਦਾ ਹੈ। ਆਈ ਥਿੰਕ ਉਹਦਾ ਮਾਨਸਿਕ ਸੰਤੁਲਨ ਜਿਹੜਾ ਹੈਗਾ ਉਹ ਵਿਗੜ ਚੁੱਕਾ। ਕਦੀ ਉਹ ਖਾਲਿਸਤਾਨੀਆਂ ਵਾਲੇ ਬੋਲਦਾ, ਕਦੀ ਕਿਸਾਨਾਂ ਬਾਰੇ ਬੋਲਦਾ, ਕਦੀ ਸਰਕਾਰ ਬਾਰੇ ਬੋਲਦਾ ਔਰ ਸਾਰੀਆਂ ਚੀਜ਼ਾਂ ਇਰਰੈਲੇਵੈਂਟ ਹੁੰਦੀਆਂ ਨੇ ਉਹਦੀਆਂ। ਸੋ ਬੈਟਰ ਹੀ ਸ਼ੁੱਡ ਗੋ ਕਿਸੇ ਅੱਛੇ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ ਔਰ ਮੇਰੀ ਐਡਵਾਈਸ ਹੈ ਉਹਨੂੰ ਕਿ ਜਲਦ ਤੋਂ ਜਲਦ ਆਪਣੇ ਆਪ ਨੂੰ ਕਿਸੇ ਅੱਛੇ ਡਾਕਟਰ ਨੂੰ ਦਿਖਾਵੇ। ਇਹ ਸਨ ਅਨਿਲ ਸਿੰਘ ਜੀ, ਜਿਨ੍ਹਾਂ ਨੇ ਸਾਫ਼ ਤੌਰ ਤੇ ਵੀ ਕਿਹਾ ਹੈ ਕਿ ਜਿਹੜਾ ਇਹ ਖੇਤੀ ਕਾਨੂੰਨ ਹੈ ਕਿਸਾਨਾਂ ਵਾਸਤੇ ਬਹੁਤ ਲਾਹੇਵੰਦ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਾਂਗਰਸ ਤੇ ਵੀ ਨਿਸ਼ਾਨਾ ਲਾਇਆ ਕਿ ਉਹ ਲਗਾਤਾਰ ਜਿਹੜਾ ਮਾਮਲੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੁਧਿਆਣਾ ਤੋਂ ਅਰੁਣ ਕੁਮਾਰ ਦੀ ਰਿਪੋਰਟ, ਐਕਸਪ੍ਰੈਸ ਟਾਈਮ ਨਿਊਜ਼।